ਜਦੋਂ ਅਸੀਂ ਰੀਡ ਅਲਾਊਡਸ ਦੀ ਗੱਲ ਕਰਦੇ ਹਾਂ ਕਾਮਨ, ਸਾਨੂੰ ਤਿੰਨ ਸਵਾਲ, ਮੇਨ ਤਿੰਨ ਸਵਾਲ ਜਿਹੜੇ ਸਾਡੇ ਦਿਮਾਗ ਵਿੱਚ ਆਉਂਦੇ ਨੇ। ਪਹਿਲਾ ਸਵਾਲ ਹੈ ਵਾਟ ਇਜ਼ ਰੀਡ ਅਲਾਊਡ, ਕੀ ਰੀਡ ਅਲਾਊਡ ਕੀ ਆ। ਰੀਡ ਅਲਾਊਡ ਸਾਡਾ ਪਹਿਲਾ ਟਾਸਕ ਹੁੰਦਾ ਪੀਟੀ ਸਪੀਕਿੰਗ ਦੇ ਵਿੱਚ, ਤੇ ਸਾਡੇ ਟੈਸਟ ਦੇ ਵਿੱਚ ਵੀ ਇਹ ਪਹਿਲਾ ਟਾਸਕ ਹੀ ਹੁੰਦਾ। ਸੋ ਓਬਵੀਅਸਲੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਤੁਸੀਂ ਟੈਸਟ ਇਹ ਤੋਂ ਸ਼ੁਰੂ ਕਰਦੇ ਹੋ। ਸੋ ਪੀਟੀ ਰੀਡ ਅਲਾਊਡ ਦੇ ਵਿੱਚ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਜਾਂਦਾ ਤੇ ਤੁਹਾਨੂੰ 30 ਤੋਂ 40 ਸੈਕਿੰਡ ਦਿੱਤੇ ਜਾਂਦੇ ਨੇ ਪ੍ਰਪੇਅਰ ਕਰਨ ਵਾਸਤੇ ਉਸ ਪੈਰਾਗ੍ਰਾਫ ਨੂੰ। ਸੋ ਕਿ ਤੁਸੀਂ ਉਹਨੂੰ ਇੱਕ ਵਾਰੀ ਰੀਡ ਕਰ ਲਓ, ਇੱਕ ਵਾਰੀ ਕਰ ਲਓ, ਦੋ ਵਾਰੀ ਕਰ ਲਓ, ਜਾਂ ਕੁਛ ਵੀ ਤੁਸੀਂ ਸਕਿਪ ਵੀ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਜਦੋਂ ਇੱਕ ਕੰਪਿਊਟਰ ਇੱਕ ਬੀਪ ਕਰਦਾ ਛੋਟੀ ਜੀ, ਤੇ ਉਸ ਤੋਂ ਬਾਅਦ ਮਾਈਕ ਸਟਾਰਟ ਹੋ ਜਾਂਦਾ, ਮਾਈਕ ਔਨ ਹੋ ਜਾਂਦਾ, ਤੇ ਤੁਸੀਂ ਉਸ ਜਿਹੜੀਆਂ ਲਾਈਨਸ ਜਾਂ ਜਿਹੜਾ ਪੈਰਾਗ੍ਰਾਫ ਤੁਹਾਨੂੰ ਦਿੱਤਾ ਹੁੰਦਾ ਤੁਸੀਂ ਉਹਨੂੰ ਰੀਡ ਕਰਨਾ ਹੁੰਦਾ, ਤੇ ਤੁਹਾਡੀ ਆਵਾਜ਼ ਰਿਕਾਰਡ ਹੋ ਜਾਂਦੀ ਹੈ ਤੇ ਉਹਦੇ ਆਧਾਰ ਤੇ ਤੁਹਾਨੂੰ ਅਸੈਸ ਕੀਤਾ ਜਾਂਦਾ, ਉਹਦੇ ਆਧਾਰ ਤੇ ਤੁਹਾਨੂੰ ਨੰਬਰ ਦਿੱਤੇ ਜਾਂਦੇ ਆ। ਸੋ ਦੂਜਾ ਕੁਐਸਚਨ ਹੈ ਕਿ ਹਾਊ ਇੰਪੋਰਟੈਂਟ ਇਜ਼ ਇਟ। ਇੰਪੋਰਟੈਂਸ ਬਹੁਤ ਜ਼ਿਆਦਾ ਰੀਡ ਅਲਾਊਡ ਦੀ, ਕਿਉਂਕਿ ਇੱਕ ਬਹੁਤ ਹੀ ਸਿੰਪਲ ਟਾਸਕ ਹੈ ਇਹ। ਮਤਲਬ ਮੈਂ ਸਟੂਡੈਂਟਸ ਨੂੰ ਵੀ ਕਹਿਣਾ ਆਪਣੇ ਨੂੰ ਕਿ ਮਤਲਬ ਇਸ ਤੋਂ ਜ਼ਿਆਦਾ ਸਿੰਪਲ ਟਾਸਕ ਮੈਨੂੰ ਨਹੀਂ ਲੱਗਦਾ ਕਿ ਪੀਟੀ ਦੇ ਵਿੱਚ ਹੋਰ ਕੋਈ ਹੈਗਾ ਹੈ, ਕਿਉਂਕਿ ਸਾਰਾ ਕੁਝ ਤੁਹਾਨੂੰ ਗਿਵਨ ਹੈ। ਮਤਲਬ ਕਿ ਲਾਈਨਸ ਗਿਵਨ ਹੈ, ਪੈਰਾਗ੍ਰਾਫ ਗਿਵਨ ਹੈ, ਤੁਹਾਡੇ ਕੋਲ ਟਾਈਮ ਵੀ ਹੈਗਾ ਪ੍ਰੈਪਰੇਸ਼ਨ ਵਾਸਤੇ, ਤੇ ਤੁਸੀਂ ਬਸ ਉਹਨੂੰ ਰੀਡ ਕਰਨਾ ਹੈ। ਤੇ ਜੇ ਅਸੀਂ ਉਹ ਵੀ ਚੰਗੀ ਤਰ੍ਹਾਂ ਨਹੀਂ ਕਰਦੇ ਤੇ ਓਬਵੀਅਸਲੀ ਕਿ ਸਾਡਾ ਸਕੋਰ ਇੰਪਰੂਵ ਹੋਣਾ ਬਹੁਤ ਮੁਸ਼ਕਿਲ ਹੈ। ਸੋ ਇੱਕ ਇਹੋ ਜਿਹਾ ਟਾਸਕ ਹੈ ਜਿੱਥੇ ਸਾਨੂੰ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਆ। ਬਹੁਤ ਲੋਕੀ ਬਹੁਤ ਸਾਰੀਆਂ ਗਲਤੀਆਂ ਕਰਦੇ ਨੇ, ਸੋ ਅਸੀਂ ਉਹਨਾਂ ਬਾਰੇ ਵੀ ਅੱਗੇ ਗੱਲ ਕਰਾਂਗੇ ਕਿ ਕਿਹੜੀਆਂ ਗਲਤੀਆਂ ਨੇ, ਉਹਨਾਂ ਨੂੰ ਕਿੱਦਾਂ ਸੁਧਾਰਿਆ ਜਾਏ, ਤੇ ਉਹ ਅੱਗੇ ਅਗਲੀ ਸਲਾਈਡਸ ਦੇ ਵਿੱਚ ਗੱਲ ਕਰਾਂਗੇ। ਸੋ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਨੰਬਰ ਜਿਹੜੇ ਨੇ ਰੀਡਿੰਗ 'ਚ ਵੀ ਪੈਂਦੇ ਨੇ ਤੇ ਸਪੀਕਿੰਗ 'ਚ ਵੀ ਪੈਂਦੇ ਨੇ। ਫੋਰ ਐਗਜ਼ਾਮਪਲ ਕਿ ਤੁਸੀਂ ਰੀਡਿੰਗ ਦੇ ਵਿੱਚ ਤੁਹਾਡੇ ਪੁਆਇੰਟ ਘੱਟ ਰਹੇ ਨੇ ਜਾਂ ਤੁਹਾਨੂੰ ਰੀਡਿੰਗ ਦੇ ਵਿੱਚ ਡਿਫੀਕਲਟੀ ਹੈ, ਸੋ ਇਹ ਉਹ ਟਾਸਕ ਹੈ ਜਿੱਥੇ ਤੁਸੀਂ ਫੋਕਸ ਕਰੋ, ਇਹਨੂੰ ਹੈਮਰ ਕਰੋ, ਤਾਂ ਕਿ ਤੁਹਾਡਾ ਰੀਡਿੰਗ ਵੀ ਇੰਪਰੂਵ ਹੋਏ। ਜੇ ਤੁਹਾਡਾ ਰੀਡ ਅਲਾਊਡ ਵਧੀਆ ਹੋਏਗਾ ਤੁਹਾਡੇ ਰੀਡਿੰਗ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟ ਪੈਣਗੇ, ਥੋੜੇ ਬਹੁਤੇ ਨਹੀਂ, ਕਾਫੀ ਪੁਆਇੰਟ ਨੇ ਜਿਹੜੇ ਪੈਂਦੇ ਨੇ ਰੀਡਿੰਗ ਦੇ ਵਿੱਚ ਰੀਡ ਅਲਾਊਡਸ ਤੇ, ਬਿਕੋਜ਼ ਓਬਵੀਅਸਲੀ ਨਾਂ ਤੋਂ ਪਤਾ ਲੱਗ ਜਾਂਦਾ ਕਿ ਰੀਡ ਅਲਾਊਡ ਆ, ਤਾਂ ਰੀਡਿੰਗ ਦੇ ਵਿੱਚ ਨੰਬਰ ਤਾਂ ਪੈਣਗੇ। ਸੋ ਤੀਸਰਾ ਹੈ ਸਾਡੇ ਕੋਲ, ਤੀਸਰਾ ਕੁਐਸਚਨ ਹੈ ਕਿ ਇਜ਼ ਇਟ ਅ ਸਕੋਰਿੰਗ ਟਾਸਕ। ਉਹ ਤਾਂ ਮੈਂ ਪਹਿਲਾਂ ਹੀ ਐਕਸਪਲੇਨ ਕਰਤਾ ਕਿ ਬਹੁਤ ਜ਼ਿਆਦਾ ਸਕੋਰਿੰਗ ਟਾਸਕ ਹੈ। ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਕਰਦੇ ਹਾਂ ਤਾਂ ਸਾਡਾ ਰੀਡਿੰਗ ਦਾ ਸਕੋਰ ਇੰਪਰੂਵ ਹੋਣ ਦੇ ਚਾਂਸਿਸ ਬਹੁਤ ਵੱਧ ਜਾਂਦੇ ਨੇ। ਸੋ ਜੇ ਤੁਹਾਡੇ ਕੋਲ ਫਿਲ ਇਨ ਦਾ ਬਲੈਂਕਸ ਕਰਨ 'ਚ ਤੁਹਾਨੂੰ ਪ੍ਰੋਬਲਮ ਹੈ ਜਾਂ ਉਹਦਾ ਤੁਹਾਨੂੰ ਰੀਡਿੰਗ ਦੇ ਵਿੱਚ ਕੋਈ ਪ੍ਰੋਬਲਮ ਹੈ, ਰੀਡ ਅਲਾਊਡਸ ਬਹੁਤ ਜ਼ਿਆਦਾ ਵਧੀਆ ਦਿਓ, 100% ਦਿਓ ਤੁਸੀਂ ਆਪਣੇ, ਤੇ ਵੱਧ ਚਾਂਸ ਨੇ ਕਿ ਤੁਹਾਡਾ ਸਕੋਰ ਮਤਲਬ ਕਵਰ ਕਰ ਜਾਏਗੀ। ਜੇ ਤੁਹਾਡੇ ਇੱਕ ਅੱਧਾ ਕੁਐਸਚਨ ਜਾਂ ਕੋਈ ਫਿਲ ਇਨ ਦਾ ਬਲੈਂਕਸ ਤੁਹਾਡੇ ਵਧੀਆ ਨਹੀਂ ਹੋਏ, ਜੇ ਉਹਨੂੰ ਕਵਰ ਕਰ ਜਾਣਗੇ ਸਾਡੇ ਰੀਡ ਅਲਾਊਡ। ਸੋ ਇਸ ਰੀਡ ਅਲਾਊਡ ਨੂੰ ਹੀ ਅਸੀਂ ਹੈਮਰ ਕਰਨਾ ਹੈ, ਕਿਉਂਕਿ ਸਿੰਪਲ ਟਾਸਕ ਹੈ ਤੇ ਸਕੋਰਿੰਗ ਟਾਸਕ ਹੈ। ਸੋ ਹੁਣ ਦੇਖਦੇ ਹਾਂ ਉਹ ਕੋਈ ਜਿਹੜੀਆਂ ਮੈਂ ਮਿਸਟੇਕਸ ਦੀ ਗੱਲ ਕਰਨ ਰਿਹਾ ਸੀਗਾ ਕਿ ਕੁਛ ਲੋਕੀ ਮਿਸਟੇਕਸ ਕਰਦੇ ਨੇ, ਮਤਲਬ ਕਾਮਨ ਮਿਸਟੇਕਸ ਆ, ਕਾਮਨ ਗਲਤੀਆਂ। ਸਭ ਤੋਂ ਪਹਿਲਾਂ ਤਾਂ ਜਿਹੜੀ ਗਲਤੀ ਉਹ ਇਹ ਆ ਕਿ ਕਈ ਮਤਲਬ ਜ਼ਿਆਦਾਤਰ ਲੋਕੀ ਰੀਡ ਅਲਾਊਡ ਨੂੰ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ, ਇੰਨਾ ਜ਼ਿਆਦਾ ਇਹਦੀ ਪ੍ਰੈਕਟਿਸ ਨਹੀਂ ਕਰਦੇ ਰੀਡ ਅਲਾਊਡਸ ਦੀ। ਫਿਰ ਜਦੋਂ ਐਕਚੁਅਲੀ 'ਚ ਪੇਪਰ 'ਚ ਐਗਜ਼ਾਮ ਪੀਟੀ ਐਗਜ਼ਾਮ ਦੇਣ ਜਾਂਦੇ ਆ ਤੇ ਜਾਂ ਅਸੀਂ ਜਾਂਦੇ ਹਾਂ ਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਕਰਨਾ ਹੈ, ਵਰਡਸ ਅਸੀਂ ਸਟੰਬਲ ਕਰ ਜਾਂਦੇ ਹਾਂ ਕਿ ਕਈ ਵਰਡਸ ਔਖੇ ਹੁੰਦੇ ਨੇ, ਕਿਉਂਕਿ ਓਬਵੀਅਸਲੀ ਐਗਜ਼ਾਮ ਦੇ ਵਿੱਚ ਤਾਂ ਸਾਨੂੰ ਔਖਾ ਵੀ ਆ ਸਕਦਾ ਤੇ ਸੌਖਾ ਵੀ ਆ ਸਕਦਾ। ਹੋ ਸਕਦਾ ਇੱਕ ਬੰਦੇ ਨੂੰ ਸੌਖਾ ਆ ਗਿਆ ਹੋਏ ਤੇ ਉਹ ਸਾਰਿਆਂ ਨੂੰ ਕਹਦੇ ਕਿ ਨਾ ਬਈ ਇਹ ਤਾਂ ਬਹੁਤ ਸੌਖੀ ਹੈ, ਰੀਡਿੰਗ ਤਾਂ ਬਹੁਤ ਸੌਖੀ, ਰੀਡ ਅਲਾਊਡ ਬਹੁਤ ਸੌਖੇ ਹੈ, ਪਰ ਕਿਸੇ ਨੂੰ ਔਖਾ ਪੈਰਾ ਵੀ ਆ ਸਕਦਾ ਹੈ ਤੇ ਉਹਨੂੰ ਔਖੀ ਵੀ ਲੱਗ ਸਕਦੀ ਹੈ। ਸੋ ਇਹ ਸਾਡੀ ਆਪਣੇ ਤੇ ਹੈਗੇ ਅਸੀਂ ਕਿੰਨੀ ਮਿਹਨਤ ਕਰਦੇ ਹਾਂ। ਸੋ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਪ੍ਰੈਕਟਿਸ ਕਰੋ ਬਹੁਤ ਜ਼ਿਆਦਾ, ਰੀਡ ਅਲਾਊਡਸ ਨੂੰ ਸਪੈਸ਼ਲੀ ਪ੍ਰੈਕਟਿਸ ਕਰੋ, ਕਿਉਂਕਿ ਸਕੋਰਿੰਗ ਟਾਸਕ ਹੈ, ਸਟਾਰਟਿੰਗ ਵਾਲਾ ਟਾਸਕ ਹੈ। ਜੇ ਇਹ ਵਧੀਆ ਹੋਏਗਾ ਤਾਂ ਤੁਹਾਡਾ ਕੌਨਫੀਡੈਂਸ ਇੱਕ ਬਿਲਡ ਹੋ ਜਾਏਗਾ ਜਿਹੜਾ ਥਰੂ ਆਊਟ ਤੁਹਾਡੇ ਨਾਲ ਲਾਸਟ ਕਰੇਗਾ। ਸੋ ਹੁਣ ਦੇਖਦੇ ਹਾਂ ਕਾਮਨ ਮਿਸਟੇਕਸ। ਸੋ ਇਹ ਕਾਮਨ ਮਿਸਟੇਕਸ 5 ਨੇ ਜਿਹੜੀਆਂ, ਮਤਲਬ ਹੋਰ ਵੀ ਹੋਣਗੀਆਂ ਪਰ ਇਹ 5 ਜਿਹੜੀਆਂ ਮੇਨ ਨੇ। ਸੋ ਪਹਿਲੀ ਹੈ ਨਾਟ ਯੂਟੀਲਾਈਜ਼ਿੰਗ ਦ ਫਸਟ 35 ਸੈਕਿੰਡਸ। ਸੋ ਅਸੀਂ ਕੀ ਕਰ ਦੇਂਗੇ, ਅਸੀਂ ਪਹਿਲੇ 35 ਸੈਕਿੰਡਸ ਦੇ ਵਿੱਚ ਆਪਣਾ ਟਾਈਮ ਜਿਹੜਾ ਯੂਟੀਲਾਈਜ਼ ਨਹੀਂ ਕਰਦੇ। ਕਈ ਬੱਚੇ ਤਾਂ ਮੈਂ ਦੇਖਿਆ ਕਿ ਸਕਿਪ ਵੀ ਕਰ ਦਿੰਦੇ ਨੇ ਨਾ 35 ਸੈਕਿੰਡਸ ਨੂੰ। ਜੇ ਅਸੀਂ ਇਹਨਾਂ 35 ਸੈਕਿੰਡਸ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਹਾਂ ਤੇ ਸਾਡਾ ਰੀਡ ਅਲਾਊਡ ਵਧੀਆ ਜਾਣ ਦੇ, ਸਾਡਾ ਉਹ ਪਰਟੀਕੂਲਰ ਕੁਐਸਚਨ ਵਧੀਆ ਜਾਣ ਦੇ ਚਾਂਸਿਸ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਂਦੇ ਨੇ, ਹਾਈਲੀ ਇੰਕਰੀਜ਼ ਹੋ ਜਾਂਦੇ ਨੇ। ਕਿਉਂਕਿ ਇਹਦੇ ਵਿੱਚ ਇੱਕ ਤਾਂ ਅਸੀਂ ਪੜ੍ਹ ਲਾਂਗੇ ਉਹਨੂੰ ਇੱਕ ਵਾਰੀ, ਸਾਡਾ ਦਿਮਾਗ ਫੈਮੀਲੀਅਰ ਹੋ ਜਾਏਗਾ ਲਾਈਨਸ ਨਾਲ। ਜੇ ਕੋਈ ਵਰਡ ਸਾਨੂੰ ਔਖਾ ਲੱਗ ਰਿਹਾ ਅਸੀਂ ਉਹਨੂੰ ਇੱਕ ਵਾਰੀ ਪ੍ਰੈਕਟਿਸ ਕਰਕੇ ਦੇਖ ਲਾਂਗੇ, ਇੱਕ ਵਾਰੀ ਦੀ ਬਜਾਏ 2 ਵਾਰੀ ਵੀ ਕਰ ਸਕਦੇ, ਕਿਉਂਕਿ 35-40 ਸੈਕਿੰਡ ਬਹੁਤ ਹੁੰਦੇ ਨੇ। ਇਹ ਆ ਪਹਿਲੀ ਕਾਮਨ ਮਿਸਟੇਕ ਕਿ ਅਸੀਂ ਯੂਟੀਲਾਈਜ਼ ਨਹੀਂ ਕਰਦੇ। ਦੂਸਰਾ ਹੈ ਸਪੀਕਿੰਗ ਬਿਫੋਰ ਦਾ ਬੀਪ।
ਸਪੀਕਿੰਗ ਬਿਫੋਰ ਦਾ ਬੀਪ ਇਜ਼ ਕੁਆਇਟ ਕਾਮਨ ਕਿ ਕਈ ਲੋਕੀ ਮਤਲਬ ਕਾਫੀ ਸਾਰੇ ਲੋਕੀ ਮਤਲਬ ਜਾਂ ਤਾਂ ਐਂਕਸ਼ੀਅਸ ਹੁੰਦੇ ਨੇ, ਜਿੱਦਾਂ ਟੈਸਟ ਦਾ ਪਹਿਲਾ ਟਾਸਕ ਆ, ਤੁਸੀਂ ਅਜੇ ਆਪਣੇ ਸਰਾਊਂਡਿੰਗਸ ਨਾਲ ਫੈਮੀਲੀਅਰ ਵੀ ਨਹੀਂ ਹੋਏ, ਤੁਸੀਂ ਜਸਟ ਜਾ ਕੇ ਬੈਠੇ ਹੁੰਦੇ ਉੱਥੇ, ਤੇ ਕੋਈ ਐਕਸਾਈਟਡ ਹੁੰਦਾ, ਕੋਈ ਨਰਵਸ ਹੁੰਦਾ, ਕੋਈ ਐਂਕਸ਼ੀਅਸ ਹੁੰਦਾ, ਤੇ ਸਾਡਾ ਧਿਆਨ ਨਹੀਂ ਰਹਿੰਦਾ ਕਿ ਬੀਪ ਕਦੋਂ ਵੱਜੀ ਤੇ ਕਦੋਂ ਅਸੀਂ ਬੋਲਣਾ ਸ਼ੁਰੂ ਕਰਨਾ ਸੀਗਾ। ਕਈ ਪਹਿਲਾਂ ਬੋਲ ਦਿੰਦੇ ਨੇ, ਕਈ ਜ਼ਿਆਦਾ ਦੇਰ ਬਾਅਦ ਬੋਲਦੇ ਨੇ। ਸੋ ਇਹ ਇੱਕ ਇਹੋ ਜਿਹੀ ਚੀਜ਼ ਹੈ ਜਿੱਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਇਹੋ ਜਿਹੀਆਂ ਗਲਤੀਆਂ ਅਸੀਂ ਨਹੀਂ ਕਰਨੀਆਂ। ਸੋ ਤੀਸਰੀ ਗਲਤੀ ਹੈ ਸਪੀਕਿੰਗ ਟੂ ਫਾਸਟ। ਮਤਲਬ ਕਿ ਕਈ ਲੋਕੀ ਬਹੁਤ ਹੀ ਜ਼ਿਆਦਾ ਤੇਜ਼ ਬੋਲ ਜਾਂਦੇ ਨੇ ਜਾਂ ਬਹੁਤ ਹੀ ਜ਼ਿਆਦਾ ਲਾਊਡ ਬੋਲ ਜਾਂਦੇ ਨੇ, ਕਿਉਂਕਿ ਪੀਟੀ ਇੱਕ ਸੌਫਟਵੇਅਰ ਆ। ਤੋਂ ਇਸ ਪੂਰੇ ਟੈਸਟ ਦਾ ਸਪੀਕਿੰਗ ਦਾ ਮਤਲਬ ਇਹ ਆ ਕਿ ਅਸੀਂ ਆਪਣੀ ਗੱਲ ਪੀਟੀ ਸੌਫਟਵੇਅਰ ਨੂੰ ਸਮਝਾਉਣੀ ਹੈ। ਜੇ ਅਸੀਂ ਜ਼ਿਆਦਾ ਤੇਜ਼ ਬੋਲਾਂਗੇ ਤਾਂ ਆਬਵੀਅਸਲੀ ਸਾਡੇ ਚਾਂਸਸ ਘਟ ਜਾਣਗੇ, ਆਲਦੋ ਕਿ ਹੋ ਸਕਦਾ ਕਿ ਉਹ ਫਿਰ ਵੀ ਸਮਝ ਜੇ, ਪਰ ਚਾਂਸਸ ਘਟ ਜਾਣਗੇ। ਤੇ ਸਾਡਾ ਕੰਮ ਹੈ ਚਾਂਸਸ ਨੂੰ ਵਧਾਉਣਾ, ਤੇ ਅਸੀਂ ਤੇਜ਼ ਨਹੀਂ ਬੋਲਣਾ, ਅਸੀਂ ਨਾਰਮਲ ਟੋਨ ਤੇ ਬੋਲਣਾ। ਚੌਥੀ ਹੈ ਕਰੈਕਟਿੰਗ ਯੋਰਸੈਲਫ, ਕਿ ਇਹ ਤਾਂ ਬਾਈ ਮਤਲਬ ਕਿ ਕਦੀ ਵੀ ਪੀਟੀ ਰੀਡਿੰਗ ਦੇ ਵਿੱਚ ਨੈਵਰ ਕਰੈਕਟ ਯੋਰਸੈਲਫ, ਲਾਈਕ no matter what happens don't correct yourself in PTE speaking। ਕਿ ਸਪੀਕਿੰਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਰੈਕਟ ਕਰਨ ਡੈਵੋਗੇ ਜਾਂ ਆਪਣੇ ਆਪ ਨੂੰ ਜੇ ਕਰੈਕਟ ਕਰੋਗੇ ਤੇ ਤੁਹਾਡੇ ਫਲੂਐਂਸੀ ਦੇ ਵੀ ਨੰਬਰ ਜਾਣਗੇ, ਪ੍ਰੋਨਾਂਸੀਏਸ਼ਨ ਦੇ ਵੀ ਨੰਬਰ ਜਾਣਗੇ, ਤੇ ਕੰਟੈਂਟ ਦੇ ਵੀ ਨੰਬਰ ਜਾਣਗੇ। ਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਹੀ ਬੇਸਡ ਹੈ ਤੁਹਾਡੀ ਬਿਲਕੁਲ ਸਪੀਕਿੰਗ। ਸੋ ਜੇ ਤੁਸੀਂ ਕੁਝ ਗਲਤ ਬੋਲ ਗਏ ਹੋ, ਉੱਥੇ ਰੁਕ ਕੇ ਉਹਨੂੰ ਸਹੀ ਕਰਨ ਦੀ ਬਜਾਏ ਤੁਸੀਂ ਆਪਣੇ ਫਲੋ 'ਚ ਚੱਲੀ ਜਾਓ, ਫਲੂਐਂਸੀ ਤੁਹਾਡੀ ਬਣੀ ਰਹੇ, ਪ੍ਰੋਨਾਂਸੀਏਸ਼ਨ ਤੁਹਾਡੀ ਬਣੀ ਰਹੇ, ਕੰਟੈਂਟ ਚਲੋ ਕੋਈ ਗੱਲ ਨਹੀਂ ਗਲਤ ਹੋ ਗਿਆ ਇੱਕ ਪਰ ਰੁਕਣਾ ਨਹੀਂ। ਰੁਕ ਕੇ ਉੱਥੇ ਤੁਸੀਂ ਸਟਟਰ ਕਰ ਜਾਓ ਜਾਂ ਸੋਚਣ ਲੱਗ ਪਓ ਕਿ ਮੈਂ ਕੀ ਬੋਲਣਾ ਸੀਗਾ, ਇੱਥੇ ਕੀ ਹੋ ਗਿਆ। ਨੈਵਰ ਡੂ ਦੈਟ। ਸੋ ਫਿਫਥ ਗਲਤੀ ਹੈ ਜਿਹੜੀ ਕਾਮਨਲੀ ਮੈਂ ਬਹੁਤ ਜ਼ਿਆਦਾ ਦੇਖੀ ਆ, ਕਿ ਸਪੈਸ਼ਲੀ ਪੰਜਾਬੀ ਮੁੰਡਿਆਂ 'ਚ, ਕਿ ਓਮਿਟਿੰਗ ਸਿੰਪਲ ਵਰਡਸ। ਮਤਲਬ ਕਿ ਇਹ ਸਿੰਪਲ ਵਰਡਸ ਜਿਹੜੇ ਹੁੰਦੇ ਨੇ, ਜਿੱਦਾਂ ਛੋਟੇ ਵਰਡਸ, ਇਹ ਐਨ ਦਾ ਜਾਂ ਹੋਰ ਵੀ ਛੋਟੇ ਔਰ ਇਹ ਇਹੋ ਜਿਹੇ ਵਰਡਸ ਨੂੰ ਸਕਿਪ ਕਰ ਦਿੰਦੇ ਨੇ। ਸੋ ਇਹ ਇੰਟੈਂਸ਼ਨਲੀ ਨਹੀਂ ਸਕਿਪ ਕਰਦੇ, ਜਾਂ ਤਾਂ ਬਹੁਤ ਜ਼ਿਆਦਾ ਤੇਜ਼ ਪੜ੍ਹ ਰਹੇ ਹੁੰਦੇ ਨੇ, ਜਾਂ ਇਹਨਾਂ ਦਾ ਧਿਆਨ ਨਹੀਂ ਹੁੰਦਾ, ਜਾਂ ਇੱਕ ਹੋਰ ਟੈਕਨੀਕ ਆ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਕਿ ਉਹਦਾ ਇਸਤੇਮਾਲ ਇਹ ਨਹੀਂ ਕਰਦੇ, ਤਾਂ ਕਰਕੇ ਇਹ ਸਿੰਪਲ ਛੋਟੇ ਵਰਡਸ ਓਮਿਟ ਕਰ ਦਿੰਦੇ ਨੇ। ਤੇ ਇਹ ਇਹੋ ਜਿਹੀ ਚੀਜ਼ ਹੈ ਜਿਹੜੀ ਹੀ ਬਹੁਤ ਜ਼ਿਆਦਾ ਧਿਆਨ ਨਾਲ ਅਵੋਇਡ ਕਰਨੀ ਹੈ, ਕਿ ਮਤਲਬ ਇਹੋ ਜਿਹੀ ਗਲਤੀ ਤਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿੰਪਲ ਵਰਡਸ ਜਿਹੜੇ ਅਸੀਂ ਰੀਡ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਰੀਡ ਕਿਉਂ ਨਾ ਕਰੀਏ। ਕਿ ਇਹ ਤਾਂ ਜਿੱਦਾਂ ਐਨ ਆ, ਦਾ ਆ, ਇਹੋ ਜਿਹੇ ਸਿੰਪਲ ਵਰਡਸ ਆ, ਅਸੀਂ ਓਬਵੀਅਸਲੀ ਰੀਡ ਕਰ ਸਕਦੇ ਹਾਂ। ਜੇ ਕਰ ਸਕਦੇ ਸਾਨੂੰ ਕਰਨੇ ਚਾਹੀਦੇ ਆ। ਕਦੀ ਵੀ ਇਹੋ ਜਿਹੇ ਸਿੰਪਲ ਵਰਡਸ ਸਾਨੂੰ ਓਮਿਟ ਨਹੀਂ ਕਰਨੇ ਚਾਹੀਦੇ। ਚਲੋ ਹੁਣ ਆ ਜਾਂਦੇ ਆ ਟਿਪਸ ਤੇ, ਕਿ ਅਸੀਂ ਕਿਹੜੀ ਟਿਪਸ ਦੇ ਨਾਲ ਆਪਣੀ ਰੀਡ ਅਲਾਊਡਸ ਇੰਪਰੂਵ ਕਰ ਸਕਦੇ ਹਾਂ। ਸੋ ਪਹਿਲੀ ਤਾਂ ਆਬਵੀਅਸਲੀ ਕਿ ਯੂਟੀਲਾਈਜ਼ ਫਸਟ 35 ਸੈਕਿੰਡਸ, ਕਿ ਪਹਿਲੇ 35 ਸੈਕਿੰਡਸ ਦੇ ਵਿੱਚ ਹੀ ਡਿਸਾਈਡ ਹੋ ਜਾਂਦਾ ਹੈ ਕਿ ਤੁਹਾਡਾ ਰੀਡ ਅਲਾਊਡ ਕਿੱਦਾਂ ਦਾ ਜਾਏਗਾ, ਕਿ ਤੁਹਾਡੀ ਪ੍ਰੋਨਾਂਸੀਏਸ਼ਨ ਵਧੀਆ ਰਹੇਗੀ, ਤੁਹਾਡੀ ਫਲੂਐਂਸੀ ਵਧੀਆ ਰਹੇਗੀ, ਕਿੱਦਾਂ ਤੁਸੀਂ ਕੰਟੈਂਟ ਪੂਰਾ ਬੋਲ ਪਾਓਗੇ। ਤੁਹਾਡਾ ਦਿਮਾਗ ਜਿਹੜਾ, ਜਿੱਦਾਂ ਫੋਰ ਐਗਜ਼ਾਮਪਲ ਕਿ ਮੇਰੇ ਸਾਹਮਣੇ ਪੈਰਾਗ੍ਰਾਫ ਆਇਆ ਤੇ ਮੈਂ ਉਹਨੂੰ ਆਪਣੇ 35 ਸੈਕਿੰਡ ਮੈਂ ਜਾਂ ਜਿੰਨਾ ਵੀ ਮੈਨੂੰ ਟਾਈਮ ਮਿਲਿਆ ਉਹਨੂੰ ਸਕਿਪ ਕਰਤਾ, ਠੀਕ ਆ, ਤੇ ਮੈਂ ਸਿੱਧਾ ਪੈਰਾਗ੍ਰਾਫ ਰੀਡ ਕਰਨਾ ਸ਼ੁਰੂ ਕਰਤਾ। ਹੁਣ ਦੋ ਚੀਜ਼ਾਂ ਹੋਣਗੀਆਂ। ਪਹਿਲਾਂ ਤਾਂ ਮੇਰਾ ਦਿਮਾਗ ਪੈਰਾਗ੍ਰਾਫ ਨਾਲ ਬਿਲਕੁਲ ਵੀ ਫੈਮੀਲੀਅਰ ਨਹੀਂ ਹੈਗਾ, ਤੇ ਮੇਰਾ ਦਿਮਾਗ ਉਹਨੂੰ ਪਹਿਲੀ ਵਾਰੀ ਪੜ੍ਹ ਲਿਆ, ਤੇ ਉਹਨੂੰ ਜ਼ਿਆਦਾ ਟਾਈਮ ਲੱਗੇਗਾ ਬੋਲਣ 'ਚ, ਫਲੂਐਂਸੀ ਨਹੀਂ ਬਣ ਪਾਏਗੀ, ਪ੍ਰੋਨਾਂਸੀਏਸ਼ਨ 'ਚ ਵੀ ਥੋੜਾ ਬਹੁਤਾ ਫਰਕ ਪਏਗਾ। ਹੁਣ ਹੋ ਸਕਦਾ ਇੱਕ ਵਾਰੀ ਨਾ ਪਏ, ਕਈ ਲੋਕਾਂ ਨੇ ਕੀਤਾ ਹੋਏਗਾ ਕਿ ਇੱਕ ਵਾਰੀ ਅਸੀਂ ਉਹਦਾ ਵੀ ਤਾਂ ਪੜ੍ਹਦੇ ਹੀ ਹਾਂ, ਇੱਕ ਵਾਰੀ ਨਾ ਪਏ, ਦੋ ਵਾਰੀ ਨਾ ਪਏ, ਪਰ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਚਾਂਸਸ ਵਧਾਉਣੇ ਆ, ਆਪਣੇ ਨੰਬਰ ਵਧਾਉਣ ਦੇ, ਘਟਾਉਣੇ ਨਹੀਂ ਆ। ਸੋ ਪਹਿਲੇ 35 ਸੈਕਿੰਡਸ ਨੂੰ ਯੂਟੀਲਾਈਜ਼ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਇੱਕ ਵਾਰੀ ਪੜ੍ਹੋ ਪੂਰੇ ਪੈਰਾਗ੍ਰਾਫ ਨੂੰ, ਜਿਹੜੇ ਵਰਡਸ ਡਿਫਿਕਲਟ ਲੱਗਦੇ ਨੇ ਉਹਨਾਂ ਨੂੰ ਇੱਕ ਵਾਰੀ ਦੇਖੋ। ਜੇ ਫਿਰ ਵੀ ਟਾਈਮ ਬਚ ਜਾਂਦਾ, ਕਿਉਂਕਿ 35-40 ਸੈਕਿੰਡ ਦੇਖਣ ਨੂੰ ਥੋੜੇ ਲੱਗਦੇ ਨੇ, ਪਰ ਜਦੋਂ ਅਸੀਂ ਐਕਚੁਅਲੀ ਪੜ੍ਹਦੇ ਹਾਂ, ਛੋਟਾ ਜਿਹਾ ਸੈਂਟੈਂਸ ਹੁੰਦਾ, ਛੋਟਾ ਜਿਹਾ ਪੈਰਾਗ੍ਰਾਫ ਹੁੰਦਾ, ਕਾਫੀ ਟਾਈਮ ਹੁੰਦਾ। ਉਹਨਾਂ ਨੂੰ ਦੋ ਵਾਰੀ ਪੜ੍ਹੋ। ਆਲਵੇਜ਼ ਕੀਪ ਐਨ ਆਈ ਔਨ ਦਾ ਸਕਰੀਨ, ਹਮੇਸ਼ਾ ਮਤਲਬ ਕਿ ਧਿਆਨ ਰੱਖਣਾ ਕਿ ਸਕਰੀਨ ਤੇ ਕੀ ਚੱਲ ਰਿਹਾ ਹੈ, ਬੀਪ ਕਦੋਂ ਹੋ ਰਹੀ ਹੈ, ਸੈਂਟੈਂਸ ਕਦੋਂ ਖਤਮ ਹੋ ਰਿਹਾ ਹੈ, ਜਿਹੜੀ ਪ੍ਰੋਗਰੈਸ ਬਾਰ ਆ ਉਹ ਕਿੱਥੇ ਪਹੁੰਚ ਗਈ ਹੈ, ਕਿੰਨਾ ਟਾਈਮ ਰਹਿ ਗਿਆ, ਤੁਹਾਡਾ ਪੈਰਾਗ੍ਰਾਫ ਕਿੰਨਾ ਰਹਿ ਗਿਆ। ਇਹ ਮਤਲਬ ਕਿ ਹੁਣ ਤਾਂ ਚਲੋ ਮੈਂ 4-5 ਚੀਜ਼ਾਂ ਧੜਾ ਗਿਣਾਤੀਆਂ, ਤੇ ਥੋੜੀਆਂ ਤੁਹਾਨੂੰ ਕਨਫਿਊਜ਼ਿੰਗ ਲੱਗਣਗੀਆਂ, ਪਰ ਐਕਚੁਅਲੀ ਇਹ ਤਾਂ ਜਸਟ ਜਦੋਂ ਅਸੀਂ ਸਕਰੀਨ ਤੇ ਦੇਖਦੇ ਤੇ ਸਾਰਾ ਕੁਛ ਆਪੇ ਹੀ ਸਾਡੇ ਦਿਮਾਗ 'ਚ ਆ ਜਾਂਦਾ ਹੈ। ਸੋ ਸਕਰੀਨ ਤੇ ਹਮੇਸ਼ਾ ਧਿਆਨ ਰੱਖਣਾ ਹੈ। ਜਿੱਦਾਂ ਕਿ ਮੈਂ ਅੱਗੇ ਵੀ ਦੱਸਿਆ ਕਿ ਕਈ ਬੱਚੇ ਮਿਸ ਕਰ ਜਾਂਦੇ ਨੇ, ਬੀਪ ਮਿਸ ਕਰ ਜਾਂਦੇ ਨੇ, ਜਾਂ ਬਹੁਤ ਹੌਲੀ ਬੋਲਦੇ ਨੇ ਤੇ ਟਾਈਮ ਸਕਿਪ ਹੋ ਜਾਂਦਾ ਹੈ, ਕਿ ਟਾਈਮ ਖਤਮ ਹੋ ਗਿਆ ਤੇ ਉਹਨਾਂ ਦਾ ਸੈਂਟੈਂਸ ਨਹੀਂ ਖਤਮ ਹੋਇਆ ਜਾਂ ਪੈਰਾਗ੍ਰਾਫ ਨਹੀਂ ਖਤਮ ਹੋਇਆ। ਸੋ ਇਹੋ ਜਿਹੀਆਂ ਗਲਤੀਆਂ ਤੋਂ ਅਸੀਂ ਬਚਣਾ ਹੈ। ਤੇ ਤੀਸਰੀ ਟਿਪ ਹੈ ਸਪੀਕ ਕਲੀਅਰਲੀ ਐਂਡ ਨੈਚੁਰਲੀ। ਇਹ ਤੋਂ ਮੇਰਾ ਮਤਲਬ ਹੈ ਕਿ ਪਹਿਲੀ ਗੱਲ ਤਾਂ ਨਾਰਮਲ ਟੋਨ 'ਚ ਬੋਲੋ, ਕਲੀਅਰ ਬੋਲੋ। ਫੇਕ ਐਕਸੈਂਟ ਡੋਂਟ ਯੂਜ਼ ਐਨ ਫੇਕ ਐਕਸੈਂਟ, ਰਾਈਟ। ਸੋ ਕਦੀ ਵੀ ਫੇਕ ਐਕਸੈਂਟ ਨਹੀਂ ਯੂਜ਼ ਕਰਨਾ। ਜਿਹੜਾ ਤੁਹਾਡਾ ਨੈਚੁਰਲ ਐਕਸੈਂਟ ਆ, ਉਹਨੂੰ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਹੀ ਤੁਸੀਂ ਸਹੀ
ਪ੍ਰੋਨੰਸੀਏਟ ਕਰੋ ਵਰਡਸ ਨੂੰ। ਸੋ ਉਹ ਹੋ ਗਿਆ ਇੱਕ ਕਲੀਅਰਲੀ ਸਪੀਕਿੰਗ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਤੁਹਾਡੇ ਵਰਡ ਬਾਹਰ ਆਣੇ ਚਾਹੀਦੇ ਨੇ। ਸੋ ਮੈਂ ਸੁਜੈਸਟ ਕਰਦਾ ਹੁੰਦਾ ਕਿ ਮੂੰਹ ਨੂੰ ਥੋੜਾ ਖੋਲ ਕੇ ਬੋਲਿਆ ਕਰੋ। ਕਈ ਬੱਚੇ ਮੈਂ ਦੇਖੇ ਮਤਲਬ ਮੂੰਹ ਦੇ ਵਿੱਚ ਬੋਲ ਜਾਂਦੇ ਨੇ। ਸੋ ਉਹਦੇ ਵਿੱਚ ਵੀ ਪੀਟੀ ਸੌਫਟਵੇਅਰ ਨੂੰ ਮਤਲਬ ਡਿਫੀਕਲਟੀ ਆਏਗੀ, ਉਹ ਤੁਹਾਨੂੰ ਕਲੀਅਰਲੀ ਸੁਣ ਨਹੀਂ ਪਾਏਗਾ ਕਿ ਤੁਸੀਂ ਕੀ ਕਹਿ ਰਹੇ ਹੋ। ਸੋ ਮੂੰਹ ਨੂੰ ਥੋੜਾ ਖੋਲੋ ਤੇ ਨੈਚੁਰਲੀ ਬੋਲੋ। ਸੋ ਚੌਥਾ ਹੈ ਸਟੇ ਕਾਮ। ਸੋ ਸਟੇ ਕਾਮ ਤਾਂ ਓਬਵੀਅਸਲੀ ਇਹ ਤਾਂ ਚਲੋ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈਗਾ ਕਿ ਸਭ ਤੋਂ ਪਹਿਲੀ ਟਿਪ ਹੈ ਕਿ ਸਟੇ ਕਾਮ, ਕਿ ਐਂਕਸ਼ੀਅਸ ਨਹੀਂ ਹੋਣਾ, ਨਰਵਸ ਨਹੀਂ ਹੋਣਾ। ਜਸਟ ਵਨ ਕੁਐਸਚਨ ਐਟ ਅ ਟਾਈਮ ਤੁਸੀਂ ਫੋਕਸ ਕਰਨਾ ਹੈ। ਜੇ ਤੁਹਾਡਾ ਪਿਛਲਾ ਕੁਐਸਚਨ ਨਹੀਂ ਵਧੀਆ ਹੋਇਆ, ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੇਰਾ ਤਾਂ ਪਿਛਲਾ ਕੁਐਸਚਨ ਵਧੀਆ ਨਹੀਂ ਹੋਇਆ ਜਾਂ ਉਹਦੇ ਬਾਰੇ ਮੈਂ ਸੋਚਣ ਲੱਗ ਪਿਆ ਕਿ ਉਹ ਕਿੱਦਾਂ ਹੋ ਗਿਆ। ਮੈਨੂੰ ਪਤਾ ਹੈ ਕਿ ਕਹਿਣਾ ਸੌਖਾ ਹੈ ਤੇ ਅਸਲ 'ਚ ਕਰਨਾ ਬਹੁਤ ਔਖਾ ਹੈ, ਬਟ ਅਸੀਂ ਟਰਾਈ ਕਰਨੀ ਹੈ ਕਿ ਅਸੀਂ ਕਾਮ ਰਹੀਏ ਤੇ ਵਨ ਕੁਐਸਚਨ ਐਟ ਅ ਟਾਈਮ ਫੋਕਸ ਕਰੀਏ। ਫਿਫਥ ਹੈ ਹੈਂਡ ਐਂਡ ਆਈ ਕੋਆਰਡੀਨੇਸ਼ਨ। ਹੈਂਡ ਐਂਡ ਆਈ ਕੋਆਰਡੀਨੇਸ਼ਨ ਸਮਝਣ ਵਾਸਤੇ ਸਾਨੂੰ ਫਿਰ ਤੋਂ ਛੋਟੇ ਹੁੰਦੇ ਅਸੀਂ ਕਿੱਦਾਂ ਬੁੱਕ ਰੀਡ ਕਰਦੇ ਸੀਗੇ, ਉਂਗਲੀ ਰੱਖ ਕੇ। ਸੋ ਅਸੀਂ ਵੀ ਐਗਜ਼ੈਕਟਲੀ ਸੇਮ ਕਰਨਾ ਹੁਣ ਦੁਬਾਰਾ, ਵੀ ਗੋਨਾ ਗੋ ਬੈਕ ਟੂ ਆਵਰ ਚਾਈਲਡਹੁੱਡ। ਸੋ ਉਂਗਲੀ ਰੱਖਣੀ ਹੈ ਸਕਰੀਨ ਤੇ ਜਿੱਦਾਂ ਜਿੱਦਾਂ ਅਸੀਂ ਰੀਡ ਕਰਾਂਗੇ ਨਾ। ਆਲਦੋ ਚਾਈਲਡਿਸ਼ ਲੱਗਦਾ ਹੈ, ਬਟ ਇਹਦੇ ਨਾਲ ਸਾਡੀ ਰੀਡਿੰਗ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ। ਮੈਂ ਆਪਣੀ ਅੱਖਾਂ ਨਾਲ ਇੰਪਰੂਵ ਹੁੰਦੀ ਦੇਖੀ ਹੈ। ਸੋ ਰੀਡਿੰਗ ਵੀ ਇੰਪਰੂਵ ਹੁੰਦੀ ਹੈ ਤੇ ਵਰਡਸ ਮਿਸ ਹੋਣ ਦੇ ਚਾਂਸਿਸ ਵੀ ਬਹੁਤ ਜ਼ਿਆਦਾ ਘੱਟ ਜਾਂਦੇ ਨੇ, ਕਿਉਂਕਿ ਇਹਦੇ ਨਾਲ ਸਾਡਾ ਹੈਂਡ ਐਂਡ ਆਈ ਕੋਆਰਡੀਨੇਸ਼ਨ ਵੀ ਵਧੇਗਾ ਜਿੱਦਾਂ ਜਿੱਦਾਂ ਅਸੀਂ ਇਹਨੂੰ ਪ੍ਰੈਕਟਿਸ ਕਰਾਂਗੇ। ਇਹ ਨਹੀਂ ਕਿ ਸਿਰਫ ਪੇਪਰ 'ਚ ਹੀ ਤੁਸੀਂ ਇਸਤੇਮਾਲ ਕਰੋ ਇਹਨੂੰ, ਜਦੋਂ ਤੁਸੀਂ ਸਿੰਪਲ ਵੀ ਰੀਡ ਕਰ ਰਹੇ ਹੋ ਆਪਣੇ ਰੀਡ ਅਲਾਊਡਸ, ਸਕਰੀਨ ਤੇ ਉਂਗਲੀ ਰੱਖ ਕੇ ਨਾਲ ਨਾਲ ਲੈ ਕੇ ਜਾਓ ਜਿੱਦਾਂ ਜਿੱਦਾਂ ਤੁਸੀਂ ਜਾਂਦੇ ਹੋ। ਇੱਕ ਵੱਡਾ ਫਰਕ ਇਹ ਪੈਂਦਾ ਹੈ ਕਿ ਜਦੋਂ ਤੁਸੀਂ, ਕਿਉਂਕਿ ਜਦੋਂ ਅਸੀਂ ਆਪਣੇ ਲੈਪਟਾਪ 'ਚ ਕਰਦੇ ਹਾਂ ਤੇ ਸਾਡੀ ਸਕਰੀਨ ਛੋਟੀ ਹੁੰਦੀ ਹੈ, ਪਰ ਅਸਲ ਟੈਸਟ ਦੇ ਵਿੱਚ ਸਕਰੀਨ ਵੀ ਕਾਫੀ ਵੱਡੀ ਹੁੰਦੀ ਹੈ। ਤੇ ਜਦੋਂ ਤੁਸੀਂ ਇੱਕ ਲਾਈਨ ਦੇ ਐਂਡ 'ਚੋਂ ਦੂਸਰੀ ਲਾਈਨ ਦੀ ਸਟਾਰਟਿੰਗ ਤੱਕ ਜਾਂਦੇ ਹੋ ਨਾ, ਉੱਥੇ ਵੀ ਤੁਹਾਡਾ ਪੌਜ਼ ਆ ਜਾਂਦਾ ਕਿਉਂਕਿ ਸਕਰੀਨ ਵੱਡੀ ਹੁੰਦੀ ਹੈ। ਸੋ ਜੇ ਅਸੀਂ ਹੱਥ ਦਾ ਇਸਤੇਮਾਲ ਕਰਾਂਗੇ ਉਸ ਟਾਈਮ ਨੂੰ ਵੀ ਅਸੀਂ ਕਵਰ ਕਰ ਪਾਵਾਂਗੇ ਥੋੜਾ ਹੋਰ ਬਿਹਤਰ। ਸੋ ਲਾਸਟ, ਚਲੋ ਸਾਰੀ ਟਿਪਸ ਤਾਂ ਹੋ ਗਈਆਂ। ਹੁਣ 2 ਕੁਐਸਚਨ ਕਰਾਂਗੇ ਤੇ ਦੇਖਾਂਗੇ ਕਿ ਸਾਡੀ ਟਿਪਸ ਕਿੱਦਾਂ ਕੰਮ ਕਰਦੀਆਂ ਨੇ। ਸੋ ਲੈਟਸ ਲੁੱਕ ਐਟ ਆਵਰ ਫਰਸਟ ਕੁਐਸਚਨ। ਸੋ ਇਹ ਹੈ ਸਾਡਾ ਪੈਰਾਗ੍ਰਾਫ 1 ਤੇ ਅਸੀਂ 15-20 ਸੈਕਿੰਡ, ਕਿਉਂਕਿ ਪੈਰਾਗ੍ਰਾਫ ਹੈ ਤੇ ਅਸੀਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ, ਅਸੀਂ ਲਵਾਂਗੇ ਤੇ ਦੇਖਾਂਗੇ ਕਿ ਕਿਹੜੇ ਡਿਫਿਕਲਟ ਵਰਡਸ ਨੇ, ਕੀ ਹੈ ਵਿੱਚ। ਸੋ ਜੇ ਤੁਸੀਂ ਟਾਈਮ ਹੋਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੌਜ਼ ਕਰ ਸਕਦੇ ਹੋ ਵੀਡੀਓ। ਸੋ ਡਿਫਿਕਲਟ ਵਰਡਸ ਇੱਕ ਤਾਂ ਪ੍ਰੀਡੋਮੀਨੇਟਲੀ, ਇੱਕ ਐਗਰੀਰੀਅਨ, ਇੱਕ ਪੋਲੀਟੀਕਲ ਸਿਸਟਮ ਤੇ ਇੱਕ ਮੈਨੂੰ ਇੱਕ ਰੂਰਲ ਪੋਪੂਲੇਸ਼ਨ ਪ੍ਰੋਨਾਊਂਸ ਕਰਨ ਦੇ ਵਿੱਚ ਮੈਂ ਆਪੇ ਆਪ ਕਦੀ ਕਦੀ ਟ੍ਰਿਕ ਹੋ ਜਾਣਾ ਤੇ ਮੈਂ ਹਮੇਸ਼ਾ ਇਹਨੂੰ ਧਿਆਨ ਨਾਲ ਦੇਖਦਾ। ਜਿੱਥੇ ਰੂਰਲ ਆ ਜਾਂਦਾ ਕਦੀ ਕਦੀ ਮੇਰੇ ਮੂੰਹ ਚੋਂ ਰੂਰਲ ਨਿਕਲ ਜਾਂਦਾ, ਸੋ ਮੈਂ ਇਹਨੂੰ ਹਮੇਸ਼ਾ ਥੋੜਾ ਧਿਆਨ ਦੇਣਾ ਜਿੱਥੇ ਮੈਨੂੰ ਇਹ ਵਰਡ ਲੱਭ ਜੇ। ਸੋ ਤੁਸੀਂ ਵੀ ਆਪਣੇ ਹਿਸਾਬ ਨਾਲ ਮਾਰਕ ਕਰਨੇ, ਜਿਹੜਾ ਵਰਡ ਕਿਸੇ ਹੋਰ ਨੂੰ ਔਖਾ ਲੱਗਦਾ, ਹੋ ਸਕਦਾ ਤੁਹਾਨੂੰ ਔਖਾ ਨਾ ਲੱਗਦਾ ਹੋਵੇ। ਸੋ ਕੀਪ ਦੈਟ ਇਨ ਮਾਈਂਡ ਆਲਵੇਜ਼, ਦੈਟ ਕੀ ਪਰਸਨਲਾਈਜ਼ਡ ਐਵਰੀ ਟਿਪ ਐਂਡ ਟ੍ਰਿਕ, ਕਿ ਉਹਨੂੰ ਆਪਣੇ ਤੇ ਇਸਤੇਮਾਲ ਕਰਨ ਲਈ ਪਰਸਨਲਾਈਜ਼ ਕਰ ਲਓ ਕਿ ਤਾਂ ਇਹਨੂੰ ਮੈਂ ਕਿੱਦਾਂ ਕਰਾਂਗਾ, ਮੇਰੇ ਤੇ ਕਿੱਦਾਂ ਲਾਗੂ ਹੁੰਦੀ ਹੈ। ਸੋ ਹੁਣ ਅਸੀਂ ਰੀਡ ਕਰਕੇ ਦੇਖਾਂਗੇ। Thus a country might possess a sizable rural population but have an economic system in which the interests of the voters were predominantly related to their incomes, not to their occupations or location. And in such a country, the political system would be unlikely to include an important agrarian party. ਸੋ ਹੁਣ ਡਿਫਿਕਲਟ ਵਰਡਸ ਤਾਂ ਵਿੱਚ 2-3 ਸੀਗੇ, ਪਰ ਅਸੀਂ ਇੱਕ ਵਾਰੀ ਪਹਿਲਾਂ ਪੜ੍ਹ ਲਏ ਸੀਗੇ। ਸੋ ਥੋੜਾ ਹੋ ਸਕਦਾ, ਮਤਲਬ ਥੋੜਾ ਹੋ ਕੀ ਸਕਦਾ, ਹੋਏਗਾ ਓਬਵੀਅਸਲੀ ਆਸਾਨ ਹੋਏਗਾ ਥੋੜਾ ਸਾਡੇ ਵਾਸਤੇ, ਕਿਉਂਕਿ ਇੱਕ ਤਾਂ ਸਾਡਾ ਦਿਮਾਗ ਫੈਮੀਲੀਅਰਾਈਜ਼ ਹੋ ਗਿਆ ਵਰਡਸ ਦੇ ਨਾਲ, ਦੂਜਾ ਸਾਨੂੰ ਪਤਾ ਲੱਗ ਗਿਆ ਔਖੇ ਵਰਡ ਕਿਹੜੇ ਨੇ ਤੇ ਕਿੱਥੇ ਨੇ, ਤੇ ਉਹਨਾਂ ਨੂੰ ਅਸੀਂ ਕਿੱਦਾਂ ਇੱਕ ਵਾਰੀ ਪ੍ਰੈਕਟਿਸ ਵੀ ਕਰ ਲਈ ਕਿ ਹਾਂ ਇਹ ਵਰਡ ਮੇਰੇ ਵਾਸਤੇ ਔਖਾ ਹੈ, ਇਹਨੂੰ ਮੈਂ ਏਦਾਂ ਪੜ੍ਹਨਾ ਹੈ। ਸੋ ਦੈਟ ਇਜ਼ ਆਲ, ਕਿ ਏਦਾਂ ਹੀ ਅਸੀਂ ਹਰ ਰੀਡ ਅਲਾਊਡ ਦੇ ਵਿੱਚ ਕਰਨਾ। ਹੁਣ ਇੱਕ ਹੋਰ ਦੇਖ ਲੈਂਦੇ ਹਾਂ, ਸਾਡਾ ਸੈਕਿੰਡ ਪੈਰਾਗ੍ਰਾਫ। ਜਸਟ ਅ ਸੈਕ ਗਾਇਸ। ਹਾਂ ਇਹ ਹੈ ਸਾਡਾ ਸੈਕਿੰਡ ਪੈਰਾਗ੍ਰਾਫ। ਪਹਿਲਾਂ ਤਾਂ ਇਹ ਤੋਂ ਲਾਣਾ ਹਟਾਈਆਂ ਜਾਣ। ਸੋ ਇਸ ਪੈਰਾਗ੍ਰਾਫ ਦੇ ਵਿੱਚ ਵੀ ਸਾਨੂੰ ਟਾਈਮ ਲੈਣਾ ਚਾਹੀਦਾ 35 ਸੈਕਿੰਡ ਰੋਕ ਕੇ ਸਾਰਾ ਪੜ੍ਹਨ ਵਾਸਤੇ। ਸੋ ਇਹਨੂੰ ਵੀ ਅਸੀਂ ਚਲੋ ਪੜ੍ਹ ਦਿੰਦੇ। In comparing material with non-material culture, the first being the objects and the technologies we create, and the second our customs, beliefs, and attitudes, the speaker gives greater emphasis to the material culture. He gives the example of development. He gives the example of the development of genetic science and the benefits it has brought to mankind, despite a fair amount of opposition.
ਹੁਣ ਤੁਸੀਂ ਵੀ ਇਹ ਸੁਣਿਆ, ਹੁਣ ਮੈਂ ਜਾਣਨਾ ਚਾਹਾਂਗਾ ਕਿ ਮੈਂ ਇਹਦੇ ਵਿੱਚ ਇੱਕ ਗਲਤੀ ਕੀਤੀ ਹੈ, ਕਿ ਉਹ ਗਲਤੀ ਕੀ ਸੀਗੀ। ਸੋ ਜੇ ਤੁਸੀਂ ਨੋਟਿਸ ਕੀਤਾ ਤੇ ਕਮੈਂਟਸ ਦੇ ਵਿੱਚ ਦੱਸੋ। ਉਹ ਗਲਤੀ ਚਲੋ ਮੈਂ ਵੀ ਦੱਸ ਹੀ ਦਿੰਦਾ ਕਿ ਉਹ ਗਲਤੀ ਇਹ ਸੀਗੀ ਕਿ ਮੈਂ ਦ ਸਕਿਪ ਕਰ ਲਿਆ ਪਹਿਲੀ ਵਾਰੀ, ਇੱਕ ਤਾਂ ਉਹ ਗਲਤੀ ਹੋ ਗਈ। ਫਿਰ ਮੈਂ ਵਾਪਸ ਜਾ ਕੇ ਉਹਨੂੰ ਦੁਬਾਰਾ ਪੜ੍ਹਿਆ। ਸੋ ਦੈਟ ਇਜ਼ ਕਰੈਕਟਿੰਗ ਮਾਈ ਸੈਲਫ ਦੈਟ ਆਰ ਦੀ ਐਗਜ਼ੈਕਟ ਟੂ ਥਿੰਗਸ ਕਿ ਜੋੜੀਆਂ ਅਸੀਂ ਨਹੀਂ ਕਰਨੀਆਂ। ਸੋ ਧਿਆਨ ਰੱਖਣਾ ਹਮੇਸ਼ਾ ਕਿ ਤੁਸੀਂ ਇਹਨਾਂ ਮਿਸਟੇਕਸ ਤੋਂ ਬਚ ਕੇ ਰਹੋ ਤੇ be calm, be positive, and practice and practice.